ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੱਚੇ ਦੀ ਜੋ ਅਸਲ ਪਹਿਚਾਣ ਹੈ ਉਸ ਦੀ ਮਾਂ ਤੋਂ ਹੁੰਦੀ ਹੈ। ਮਾਂ ਬੱਚੇ ਨੂੰ ਸੰਜਮ ਦੀ ਰਹਿਣੀ ਬਹਿਣੀ, ਆਚਾਰ ਵਿਚਾਰ ਸਿਖਾਉਂਦੀ ਹੈ। ਜੇ ਜਨਮ ਦੇਣ ਵਾਲੀ ਮਾਂ ਬੱਚੇ ਨੂੰ ਪਿਆਰ ਨਾਲ ਪਾਲਦੀ ਹੈ, ਇਸੇ ਤਰ੍ਹਾਂ ਹੀ ਉਹ ਲਾਡ ਪਿਆਰ ਦਿੰਦੀ ਹੈ ਬੱਚੇ ਨੂੰ। ਪਰ ਜੋ ਸਾਰੇ ਜਗਤ ਦੀ ਮਾਤਾ ਹੋਵੇ, ਉਹ ਸਾਰਾ ਕਿਤਨਾ ਲਾਡ ਪਿਆਰ ਦੇਵੇਗੀ। ਜਿਸ ਤਰ੍ਹਾਂ ਇੱਕ ਬੱਚੇ ਦੀ ਮਾਂ ਦੋ ਬੱਚਿਆਂ ਦੀ ਮਾਂ ਹੁੰਦੀ ਹੈ, ਪਰ ਜੋ ਮਾਤਾ ਸਾਹਿਬ ਕੌਰ ਜੀ ਨੇ, ਇਹ ਸਾਰੇ ਖਾਲਸਾ ਪੰਥ ਦੀ ਮਾਤਾ ਹੈ। ਸਾਰੇ ਖਾਲਸਾ ਪੰਥ ਨੂੰ ਆਪਣੇ ਪਿਆਰ ਦੇ ਨਾਲ ਪਾਲਦੀ ਹੈ ਔਰ ਸੰਭਾਲਦੀ ਹੈ। ਸੋ ਆਪਾਂ ਨੇ ਅੱਜ ਵਿਚਾਰ ਕਰਨੀ ਹੈ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ। ਮਾਤਾ ਸਾਹਿਬ ਕੌਰ ਜੀ ਜੋ ਕਿ ਰੋਹਤਾਸ ਜੇਹਲਮ ਜ਼ਿਲ੍ਹੇ ਦੇ ਨਿਵਾਸੀ ਸਨ, ਭਾਈ ਰਾਮੂ ਬੱਸੀ ਦੀ ਸਪੁੱਤਰੀ ਸੀ। ਅਤੇ ਉਹਨਾਂ ਦਾ ਜੋ ਜਨਮ ਸੀ ਉਹ 18 ਕੱਤਕ ਸੰਮਤ 1738 ਬਿਕਰਮੀ ਨੂੰ ਅੰਮ੍ਰਿਤ ਵੇਲੇ ਮਾਤਾ ਜਸ ਦੇਵੀ ਜੀ ਦੀ ਪਵਿੱਤਰ ਕੁੱਖੋਂ ਹੋਇਆ ਸੀ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਬਲ ਕੰਧਾਰ ਤੋਂ ਪਸ਼ੌਰ ਨੁਸ਼ਹਿਰੇ ਦੇ ਰਸਤਿਓਂ ਵਾਪਸ ਹੁੰਦੇ ਹੋਏ ਆਏ ਸਨ। ਇੱਥੋਂ ਦੀ ਧਰਤੀ ਹਰੀ ਭਰੀ ਸੀ। ਪੰਜਾਬ ਦੀ ਸਭ ਤੋਂ ਵੱਧ ਹਰਿਆਵਲ ਕਹਿੰਦੇ ਹਨ ਕਿ ਇੱਥੇ ਹੀ ਪਾਈ ਜਾਂਦੀ ਹੈ। ਇੱਥੇ ਰੋਹਤਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਪੈਣ ਨਾਲ, ਜੋ ਪਹਿਲਾਂ ਕਿ ਇੱਥੇ ਖਾਰਾ ਪਾਣੀ ਹੋਇਆ ਕਰਦਾ ਸੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਉਹ ਪਾਣੀ ਮਿੱਠਾ ਅਤੇ ਲੋਕਾਂ ਦੇ ਵਰਤਣ ਲਾਇਕ ਹੋ ਗਿਆ ਸੀ। ਸੋ ਆਪਣੇ ਕਾਰ ਵਿਹਾਰ ਉਸੇ ਪਾਣੀ ਨਾਲ ਹੀ ਉਸ ਨਗਰ ਦੇ ਲੋਕ ਕਰਿਆ ਕਰਦੇ ਸਨ। ਜਾਣੀ ਇਹ ਜੋ ਰੋਹਤਾਸ ਨਗਰ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਬਹੁਤ ਬਖਸ਼ਿਸ਼ਾਂ ਕੀਤੀਆਂ ਹਨ। ਸੋ ਮਾਤਾ ਸਾਹਿਬ ਕੌਰ ਜੀ ਦਾ ਇੱਕ ਵੱਡਾ ਭਰਾ ਵੀ ਸੀ, ਜਿਸ ਦਾ ਨਾਮ ਸਾਹਿਬ ਚੰਦ ਸੀ। ਜੇ ਮਾਤਾ ਸਾਹਿਬ ਕੌਰ ਨੂੰ ਮਾਣ ਨਾਲ ਸਨਮਾਨਿਆ ਜਾਂਦਾ ਹੈ, ਉਹਨਾਂ ਦੇ ਭਰਾ ਨੂੰ ਮਾਮਾ ਜੀ ਕਹਿ ਕੇ ਖਾਲਸਾ ਪੰਥ ਨਿਵਾਜਦਾ ਹੈ। ਸੋ ਮਾਤਾ ਸਾਹਿਬ ਕੌਰ ਜੀ ਦਾ ਜੋ ਬਚਪਨ ਵਿੱਚ ਹੀ ਜੋ ਜੀਵਨ ਸੀ, ਉਹ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹੀ ਰਹਿੰਦੇ ਸਨ। ਉਹਨਾਂ ਵਿੱਚ ਜੋ ਸਾਰੇ ਗੁਣ ਹੁੰਦੇ ਹਨ, ਧਰਮ, ਸੰਤੋਖ, ਦਇਆ, ਖਿਮਾ, ਮਿੱਠਤਾ, ਨਿਮਰਤਾ ਵਿੱਚ ਰਹਿਣਾ, ਸੋ ਇਹ ਸਾਰੇ ਗੁਣ ਮਾਤਾ ਜੀ ਵਿੱਚ ਸਨ। ਸੋ ਉਹਨਾਂ ਦਾ ਚਿਹਰਾ ਨੂਰਾਨੀ ਚਿਹਰਾ ਸੀ। ਸੋ ਕਿਉਂਕਿ ਉਹ ਹਰ ਸਮੇਂ ਨਾਮ ਜਪਣਾ, ਗੁਰਬਾਣੀ ਪੜ੍ਹਨਾ, ਇਸ ਤਰ੍ਹਾਂ ਹੀ ਉਹ ਆਪਣਾ ਜੀਵਨ ਬਤੀਤ ਕਰਿਆ ਕਰਦੇ ਸਨ। ਸੋ ਇਹਨਾਂ ਗੁਣਾਂ ਕਰਕੇ ਹੀ ਮਾਤਾ ਜੀ ਪਰਿਵਾਰ ਵਿੱਚ ਹੀ ਨਹੀਂ, ਸਗੋਂ ਸਾਰੇ ਪਿੰਡ ਵਿੱਚ ਅਤੇ ਹੋਰ ਆਸੇ-ਪਾਸੇ ਦੇ ਇਲਾਕੇ ਵਿੱਚ ਵੀ ਹਰਮਨ ਪਿਆਰੇ ਹੋ ਗਏ। ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਜਦ ਸਾਹਿਬ ਦੇਵਾਂ ਜਰਾ ਕੁ ਵੱਡੀ ਹੋਈ ਤਾਂ ਉਸ ਸਮੇਂ ਉਹਨਾਂ ਨੂੰ ਜਪਜੀ ਸਾਹਿਬ, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਇਤਿਆਦਿਕ ਹੋਰ ਬਾਣੀਆਂ, ਬਹੁਤ ਜ਼ਿਆਦਾ ਗੁਰਬਾਣੀ ਦੇ ਸ਼ਬਦ ਉਹਨਾਂ ਨੇ ਕੰਠ ਕਰ ਲਏ ਸਨ। ਸਾਰੇ ਹੀ ਲੋਕ ਉੱਤੇ ਜਾਣੀ ਸੰਗਤਾਂ ਇਕੱਠੀਆਂ ਹੋ ਕਰਕੇ ਮਾਤਾ ਜੀ ਪਾਸੋਂ ਗੁਰਬਾਣੀ ਦਾ ਪਾਠ ਸੁਣਿਆ ਕਰਦੇ ਸਨ। ਸੋ ਮਾਤਾ ਜੀ ਦਾ ਜੀਵਨ ਉੱਚਾ ਸੁੱਚਾ ਹੋਣ ਕਰਕੇ ਸਾਰੇ ਲੋਕ ਮਾਤਾ ਜੀ ਦਾ ਬੜਾ ਸਨਮਾਨ ਕਰਦੇ ਸਨ। ਸੋ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਉਹਨਾਂ ਦੀ ਚਰਚਾ ਹੋ ਗਈ। ਜਿਵੇਂ ਸੁਗੰਧੀ ਹੁੰਦੀ ਹੈ, ਉਹ ਫੈਲਣ ਨੂੰ ਦੇਰ ਨਹੀਂ ਲਾਉਂਦੀ। ਸੋ ਇਸੇ ਤਰ੍ਹਾਂ ਹੀ ਮਾਤਾ ਜੀ ਦਾ ਜੋ ਜਸ ਹੈ ਉਹ ਆਸੇ ਪਾਸੇ ਦੇ ਇਲਾਕੇ ਵਿੱਚ ਫੈਲ ਗਿਆ। ਲੰਗਰ ਦੀ ਮਾਤਾ ਜੀ ਸੇਵਾ ਕਰਵਾਉਂਦੇ, ਆਪ ਹੱਥੀਂ ਵੀ ਸੇਵਾ ਕਰਦੇ। ਗੁਣਾਂ ਕਾਰਨ ਮਾਤਾ ਜੀ ਦਾ ਸਤਿਕਾਰ ਸਾਰੇ ਇਲਾਕੇ ਵਿੱਚ ਹੋ ਰਿਹਾ ਹੈ। ਜਦੋਂ ਮਾਤਾ ਸਾਹਿਬ ਕੌਰ ਜੀ ਇਸ ਤਰ੍ਹਾਂ ਕਰਦੇ ਹੋਏ ਕੁਝ ਕੁ ਹੋਰ ਵੱਡੇ ਹੋਏ, ਜਾਣੀ ਕਿ 15-16 ਸਾਲ ਦੀ ਉਹਨਾਂ ਦੀ ਉਮਰ ਹੋਈ, ਤਾਂ ਉਸ ਸਮੇਂ ਮਾਤਾ ਪਿਤਾ ਦਾ ਜੋ ਫਰਜ਼ ਹੁੰਦਾ ਹੈ, ਉਹ ਆਪਣੀ ਪੁੱਤਰੀ ਵਾਸਤੇ ਕੋਈ ਨਾ ਕੋਈ ਯੋਗ ਵਰ ਜ਼ਰੂਰ ਲੱਭਦੇ ਹਨ। ਸੋ ਇਸੇ ਤਰ੍ਹਾਂ ਹੀ ਮਾਤਾ ਸਾਹਿਬ ਦੇਵਾਂ ਜੀ ਦਾ ਵੀ ਵਰ ਲੱਭਣ ਵਾਸਤੇ ਉਹਨਾਂ ਦੇ ਮਾਤਾ ਪਿਤਾ ਕੋਸ਼ਿਸ਼ ਕਰ ਰਹੇ ਹਨ। ਸੋ ਮਾਤਾ ਸਾਹਿਬ ਕੌਰ ਦਾ ਜੋ ਝੁਕਾਅ ਸੀ ਉਹ ਗੁਰੂ ਘਰ ਵੱਲ ਸੀ, ਸ਼ਰਧਾ ਸੀ ਉਹਨਾਂ ਨੂੰ ਗੁਰੂ ਘਰ ਵੱਲ। ਸੋ ਉਹਨਾਂ ਦੇ ਮਾਤਾ ਪਿਤਾ ਵੀ ਇਹੀ ਚਾਹੁੰਦੇ ਹਨ
ਕਿ ਸਾਡੀ ਸਪੁੱਤਰੀ ਦਾ ਜੋ ਰਿਸ਼ਤਾ ਹੈ ਇਹ ਗੁਰਸਿੱਖੀ ਘਰਾਣੇ ਵਿੱਚ ਹੀ ਹੋਣਾ ਚਾਹੀਦਾ ਹੈ। ਤਾਂ ਕਰਕੇ ਇਹਨਾਂ ਨੂੰ ਸਿੱਖੀ ਦੇ ਜੋ ਮਾਰਗ ਹੈ, ਰਸਤਾ ਹੈ, ਉਸ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਰੁਕਾਵਟ ਨਾ ਆਵੇ। ਸੋ ਇਸ ਤਰ੍ਹਾਂ ਕਰਦੇ ਹੋਏ ਬੜੀ ਦੂਰ ਦੂਰ ਜਗ੍ਹਾ ਜਗ੍ਹਾ ਉੱਪਰ ਮਾਤਾ ਜੀ ਵਾਸਤੇ ਰਿਸ਼ਤਾ ਲੱਭ ਰਹੇ ਹਨ, ਪਰ ਕਿਤੇ ਵੀ ਕੋਈ ਗੱਲ ਨਹੀਂ ਬਣ ਰਹੀ, ਕਿਉਂਕਿ ਇਹ ਵਾਹਿਗੁਰੂ ਦੇ ਹੱਥ ਹੀ ਹੁੰਦਾ ਹੈ। ਜਿੱਥੇ ਕਿਸੇ ਦਾ ਰਿਸ਼ਤਾ ਹੋਣਾ ਹੈ ਉੱਥੇ ਹਾਂ ਹੋਣੀ ਹੁੰਦੀ ਹੈ, ਜਿੱਥੇ ਨਹੀਂ ਹੋਣਾ ਹੁੰਦਾ ਹੈ ਉੱਥੇ ਨਾ ਹੋ ਜਾਂਦੀ ਹੈ। ਸੋ ਕਿਸੇ ਨੂੰ ਕੀ ਪਤਾ ਸੀ ਕਿ ਮਾਤਾ ਦਾ ਜੋ ਰਿਸ਼ਤਾ ਹੋਣਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹੋਣਾ ਹੈ। ਸੋ ਇਸੇ ਤਰ੍ਹਾਂ ਹੀ ਮਾਤਾ ਸਾਹਿਬ ਕੌਰ ਜੀ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਨ, ਕਿਉਂਕਿ ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿਲ ਤੋਂ ਬਹੁਤ ਹੀ ਸਨਮਾਨ ਪਿਆਰ ਕਰਦੇ ਸਨ। ਉਹਨਾਂ ਦੇ ਚਰਨਾਂ ਦੀ ਦਾਸੀ ਬਣ ਕੇ ਹੀ ਰਿਹਾ ਕਰਦੇ ਸਨ, ਤੇ ਉਹ ਵੀ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪਣੀ ਇਸ ਦਾਸੀ ਨੂੰ ਆਪ ਜੀ ਪ੍ਰਵਾਨ ਕਰੋ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਕੋਲ ਬੁਲਾ ਲਓ। ਤੇ ਮੇਰੇ ਮਾਤਾ ਪਿਤਾ ਜੀ ਹੋਰ ਪਾਸੇ ਰਿਸ਼ਤਾ ਲੱਭ ਰਹੇ ਹਨ, ਕਿਤੇ ਮੇਰਾ ਧੀਰਜ ਨਾ ਡੋਲ ਜਾਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਟ ਕਟ ਦੇ ਜਾਣਨਹਾਰ ਹੋ। ਸੋ ਆਪ ਜੀ ਕਿਰਪਾ ਕਰਕੇ ਇਹ ਦੁਨਿਆਵੀ ਰਿਸ਼ਤੇ ਦਾ ਅੰਤਮ ਫੈਸਲਾ ਕਰੋ, ਤੇ ਤਾਂ ਕਰਕੇ ਸਾਰਿਆਂ ਦੀ ਭਟਕਣਾ ਦੂਰ ਹੋਵੇ ਔਰ ਸਾਰੇ ਹੀ ਸੁਰਖਰੂ ਹੋ ਜਾਣ। ਮਾਤਾ ਸਾਹਿਬ ਕੌਰ ਨੂੰ ਇੰਜ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਅਨੰਦਪੁਰ ਸਾਹਿਬ ਵਿਖੇ ਬੁਲਾ ਰਹੇ ਹਨ। ਸੋ ਮਾਤਾ ਸਾਹਿਬ ਕੌਰ ਜੀ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਕਿ ਮੈਨੂੰ ਅਨੁਭਵ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਆਪਣੇ ਕੋਲ ਬੁਲਾਉਣ ਨੂੰ ਆਖ ਰਹੇ ਹਨ। ਸੋ ਜੇ ਸਿੱਖ ਗੁਰੂ ਨੂੰ ਯਾਦ ਕਰਦਾ ਹੈ ਤਾਂ ਗੁਰੂ ਵੀ ਸਿੱਖ ਨੂੰ ਯਾਦ ਕਰਦਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਫੁਰਨਾ ਆਪਣੇ ਗੁਰਸਿੱਖਾਂ ਦੇ ਮਨ ਵਿੱਚ ਆਪਣੇ ਆਪ ਹੀ ਪਾਉਂਦੇ ਹਨ। ਸੋ ਜਿਹੜੇ ਮਾਤਾ ਪਿਤਾ ਸਨ ਮਾਤਾ ਸਾਹਿਬ ਦੇਵਾਂ ਜੀ ਦੇ, ਸੋ ਉਹ ਸੋਚਦੇ ਹਨ ਔਰ ਮਨ ਵਿੱਚ ਸੋਚੀ ਪੈ ਗਏ ਕਿ ਗੁਰੂ ਜੀ ਬੜੇ ਉੱਚੇ ਮੁਰਾਤਬੇ ਵਾਲੇ ਹਨ, ਅਪਾਰ ਹਨ ਗੁਰੂ ਜੀ। ਸੋ ਸਾਡੇ ਵਰਗੇ ਜੋ ਗਰੀਬ ਹਨ ਇਹਨਾਂ ਦੀ ਲੜਕੀ ਦਾ ਰਿਸ਼ਤਾ ਉਹ ਕਿਵੇਂ ਕਬੂਲ ਕਰਨਗੇ। ਪਰ ਜੋ ਬੀਬੀ ਜੀ ਯਾਨੀ ਸਾਡੀ ਮਾਤਾ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਜੋ ਮਨ ਵਿੱਚ ਖਿਆਲ ਸੀ ਉਸ ਨੂੰ ਜਾਣਦੇ ਹੋਏ ਉਹਨਾਂ ਨੇ ਉੱਥੇ ਪੋਠੋਹਾਰ ਦੀ ਸਾਰੀ ਸੰਗਤ ਦਾ ਇਕੱਠ ਕੀਤਾ। ਸੰਗਤਾਂ ਨੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਿਉਂਕਿ ਸੰਗਤ ਵੀ ਗੁਰੂ ਦਾ ਹੀ ਰੂਪ ਹੋਇਆ ਕਰਦੀ ਹੈ। ਬੀਬੀ ਜੀ ਦੇ ਰਿਸ਼ਤੇ ਦਾ ਅਰਦਾਸ ਕੀਤੀ। ਸੰਗਤਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਜੋ ਅਰਦਾਸਾ ਸੋਧ ਦਿੱਤਾ ਕਿ ਆਖ ਦਿੱਤਾ ਕਿ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਇਸ ਲੜਕੀ ਨੂੰ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰੋ। ਪੋਠੋਹਾਰ ਦੀਆਂ ਸੰਗਤਾਂ ਨੇ ਐਸੀ ਬੇਨਤੀ ਕਰ ਦਿੱਤੀ ਔਰ ਫਿਰ ਗੁਰੂ ਘਰ ਵੱਲ ਚਾਲੇ ਪਾ ਦਿੱਤੇ ਔਰ ਸਾਰੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਰ ਦੇਖੋ ਹਲੇ ਗੁਰੂ ਦੇ ਕੋਲ ਨਹੀਂ ਪਹੁੰਚੇ, ਉਹ ਹਲੇ ਉੱਥੇ ਰੋਹਤਾਸ ਵਿੱਚ ਹੀ ਹਨ ਸੰਗਤਾਂ ਤਾਂ, ਪਰ ਉਹਨਾਂ ਨੇ ਅਰਦਾਸਾ ਸੋਧ ਦਿੱਤਾ। ਸੋ ਜਾਣੀ ਇਤਨਾ ਜ਼ਿਆਦਾ ਭਰੋਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਪਰ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਰਿਸ਼ਤੇ ਨੂੰ ਜ਼ਰੂਰ ਅਪਣਾਉਣਗੇ। ਸੋ ਇਸ ਤਰ੍ਹਾਂ ਕਰਦੇ ਹੋਏ ਭਾਈ ਰਾਮੂ ਜੀ ਗੁਰੂ ਦੇ ਦਰਬਾਰ ਸੰਗਤਾਂ ਨੂੰ ਨਾਲ ਲੈ ਕੇ ਪੁੱਜ ਗਏ ਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀਓ ਅਸੀਂ ਆਪ ਜੀ ਦੇ ਉੱਪਰ ਬੜੀ ਸ਼ਰਧਾ ਲੈ ਕੇ ਆਏ ਹਾਂ। ਆਪ ਜੀ ਕਿਰਪਾ ਕਰਕੇ ਸਾਡੀਆਂ ਸਾਰੀਆਂ ਸੰਗਤਾਂ ਦੀਆਂ, ਪੋਠੋਹਾਰ ਦੀਆਂ ਸੰਗਤਾਂ ਦੀਆਂ ਇਹ ਅਰਦਾਸਾਂ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਕਿਰਪਾ ਕਰਕੇ ਮੇਰੀ ਬੇਟੀ ਦਾ, ਮੇਰੀ ਸਪੁੱਤਰੀ ਦਾ, ਸਾਹਿਬ ਦੇਵਾਂ ਦਾ ਆਪ ਜੀ ਡੋਲਾ ਕਿਰਪਾ ਕਰਕੇ ਆਪ ਜੀ ਪ੍ਰਵਾਨ ਕਰੋ। ਸੋ ਮਹਾਰਾਜ ਜੀ ਨੂੰ ਐਸੀ ਬੇਨਤੀ ਕੀਤੀ। ਸੋ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਮੈਂ ਆਪਣੀ ਪੁੱਤਰੀ ਨੂੰ ਭੇਟ ਕਰਦਾ ਹਾਂ, ਆਪ ਮਿਹਰ ਕਰਕੇ ਇਸ ਨੂੰ ਆਪਣੇ ਮਹਿਲਾਂ ਦੇ ਵਿੱਚ ਵਾਸਾ ਦਿਓ ਸੱਚੇ ਪਾਤਸ਼ਾਹ ਮਹਾਰਾਜ ਜੀਓ। ਤਾਂ ਦਸਮ ਪਿਤਾ ਨੇ ਉਸ ਸਮੇਂ ਕੋਈ ਉੱਤਰ ਨਾ ਦਿੱਤਾ। ਸੰਗਤਾਂ ਨੇ ਵੀ ਹੁਣ ਰਾਮੂ ਜੀ ਦੀ ਬੇਨਤੀ ਜੋ ਕੀਤੀ ਸੀ ਉਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਵੀ ਬੇਨਤੀ ਕੀਤੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਸਾਧ ਸੰਗਤ ਜੀ ਅਸੀਂ ਜੋ ਗ੍ਰਸਤ ਜੀਵਨ ਦੀ ਮਰਿਆਦਾ ਸੀ ਉਹ ਅਸੀਂ ਸੰਪੂਰਨ ਕਰ ਚੁੱਕੇ ਹਾਂ।
ਹੁਣ ਇਹ ਅਸੰਭਵ ਹੈ ਤੇ ਅਸੀਂ ਜਤੀ ਰਹਿਣਾ ਹੈ, ਇਹ ਕੋਈ ਐਸੀ ਬਾਤ ਨਹੀਂ ਹੈ ਤੇ ਅਸੀਂ ਹੋਰ ਕਿਸੇ ਪੁੱਤਰ ਨੂੰ ਜਾਣੀ ਕੋਈ ਜਨਮ ਨਹੀਂ ਅਸੀਂ ਦੇਣਾ। ਇਹਦੇ ਨਾਲ ਸੁਣਨਾ ਸੀ ਤੇ ਭਾਈ ਰਾਮੂ ਜੀ ਤੇ ਹੋਰ ਸੰਗਤਾਂ ਸਾਰੀਆਂ ਮਾਤਾ ਜੀ ਆਪਸ ਵਿੱਚ ਜਾਣੀ ਵਿਚਾਰਾਂ ਕਰ ਰਹੇ ਹਨ। ਸੋ ਸੰਗਤਾਂ ਨੂੰ ਤੇ ਸੰਗਤਾਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਆਖਿਆ ਕਿ ਹੁਣ ਜੋ ਲਾਜ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹੱਥ ਹੈ। ਅਸੀਂ ਤਾਂ ਆਪ ਜੀ ਦੇ ਨਾਂ ਦੇ ਉੱਪਰ ਅਰਦਾਸ ਜੋ ਕਰ ਦਿੱਤੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਹੈ ਕਿ ਆਪ ਜੀ ਮਾਤਾ ਸਾਹਿਬ ਕੌਰ ਨੂੰ ਪੁੱਛ ਲਓ ਕਿ ਜੇ ਕੁਆਰਾ ਡੋਲਾ ਰਹਿ ਸਕਦੀ ਹੈ ਤਾਂ ਮਹਿਲਾਂ ਵਿੱਚ ਵਾਸਾ ਜ਼ਰੂਰ ਹੋ ਸਕਦਾ ਹੈ। ਇਹ ਸੁਣਦੇ ਸਾਰ ਹੀ ਮਾਤਾ ਸਾਹਿਬ ਕੌਰ ਜੀ ਨੇ ਸਿਰ ਝੁਕਾਇਆ ਔਰ ਪ੍ਰਵਾਨਗੀ ਦੇ ਦਿੱਤੀ। ਤੋ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਵਿੱਚ ਖੁਸ਼ੀ ਦੀ ਦੌੜ ਹੋ ਗਈ। ਮਹਾਰਾਜ ਜੀ ਨੇ ਕਿ ਰਿਸ਼ਤਾ ਪ੍ਰਵਾਨ ਕਰ ਲਿਆ ਹੈ। ਸੋ ਉਸ ਸਮੇਂ ਫਿਰ ਜੋ ਆਨੰਦ ਕਾਰਜ ਦੀ ਮਰਿਆਦਾ ਸੀ ਤੋ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਰਾਮ ਕੋਇਰ ਜੀ ਨੇ ਇਹ ਸਾਰੀ ਆਨੰਦ ਕਾਰਜ ਦੀ ਮਰਿਆਦਾ ਨਿਭਾਈ ਸੀ। ਸੋ ਜਾਣੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਆਨੰਦ ਕਾਰਜ ਸੀ ਮਾਤਾ ਸਾਹਿਬ ਕੌਰ ਜੀ ਦੇ ਨਾਲ ਹੋ ਗਿਆ ਹੈ। ਸੋ ਸਾਧ ਸੰਗਤ ਜੀ, ਇਹ ਇੱਕ ਜਾਣਨ ਵਾਲੀ ਗੱਲ ਹੈ ਕਿ ਮਾਤਾ ਸਾਹਿਬ ਕੌਰ ਜੀ ਦਾ ਜਦੋਂ ਰਿਸ਼ਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਹੋਇਆ ਹੈ, ਸੋ ਉਸ ਤੋਂ ਪਹਿਲਾਂ ਹੀ ਖੰਡੇ ਬਾਟੇ ਦਾ ਅੰਮ੍ਰਿਤ ਦਾ ਜੋ ਬਾਟਾ ਸੀ ਇਹ ਤਿਆਰ ਹੋ ਚੁੱਕਿਆ ਸੀ। ਸੋ ਉਸ ਸਮੇਂ ਜੋ ਪਤਾਸੇ ਸਨ ਉਹ ਮਾਤਾ ਜੀਤੋ ਜੀ ਨੇ ਪਾਏ ਸਨ। ਜਦੋਂ ਅੰਮ੍ਰਿਤ ਸੰਚਾਰ ਹੋਇਆ ਸੀ, ਜਦੋਂ ਪੰਜ ਪਿਆਰਿਆਂ ਦੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਚੋਣ ਕੀਤੀ ਸੀ। ਸੋ ਮਾਤਾ ਸਾਹਿਬ ਕੌਰ ਜੀ ਜਾਣੀ ਉਸ ਤੋਂ ਬਾਅਦ ਵਿੱਚ ਆਏ ਹਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸੋ ਇਸ ਤਰ੍ਹਾਂ ਕਰਕੇ ਮਾਤਾ ਸਾਹਿਬ ਕੌਰ ਜੀ ਦਾ ਜੋ ਰਿਸ਼ਤਾ ਹੋਇਆ ਹੈ ਉਹ ਜਾਣੀ ਬਾਅਦ ਵਿੱਚ ਹੋਇਆ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਦਿਨ ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੇ ਜਿਸ ਤਰ੍ਹਾਂ ਕਿ ਹੋਰ ਮਾਤਾਵਾਂ ਨੂੰ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਮਹਾਰਾਜ ਜੀ। ਸੋ ਇਸ ਨੂੰ ਸਾਧ ਸੰਗਤ ਜੀ ਕੋਈ ਮੋਹ ਵਸ ਕੀਤਾ ਹੋਇਆ ਬਚਨ ਨਾ ਸਮਝਣਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਕਈ ਵਾਰੀ ਸਾਡੇ ਮਨ ਦੇ ਵਿੱਚ ਫੁਰਨਾ ਆਉਂਦਾ ਹੈ। ਇਹ ਫੁਰਨਾ ਆਏਗਾ ਤਾਂ ਹੀ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਫੁਰਨੇ ਨੂੰ ਪੂਰਾ ਕਰਨਗੇ। ਜਿਸ ਤਰ੍ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਭਾਈ ਮਰਦਾਨਾ ਜੀ ਨੂੰ ਭੁੱਖ ਜਾਂ ਪਿਆਸ ਲੱਗਿਆ ਕਰਦੀ ਸੀ, ਸੋ ਉਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੌਤਕ ਰਚਿਆ ਕਰਦੇ ਸਨ। ਜੇ ਭੁੱਖ ਪਿਆਸ ਨਾ ਲੱਗਦੀ ਤਾਂ ਅੱਗੇ ਕੌਤਕ ਨਹੀਂ ਰਚਿਆ ਜਾ ਸਕਦਾ। ਸੋ ਸੱਚੇ ਪਾਤਸ਼ਾਹ ਦੀ ਇੱਕ ਕਿਰਪਾ ਹੀ ਹੁੰਦੀ ਹੈ ਤੇ ਜੋ ਭਾਈ ਮਰਦਾਨਾ ਜੀ ਨੂੰ ਭੁੱਖ ਤੇ ਪਿਆਸ ਆਪ ਹੀ ਕਿਰਪਾ ਕਰਕੇ ਲਗਵਾਉਂਦੇ ਸਨ, ਕਿਉਂਕਿ ਮਹਾਰਾਜ ਨੇ ਕੌਤਕ ਰਚਨਾ ਹੁੰਦਾ ਸੀ। ਇਸੇ ਤਰ੍ਹਾਂ ਹੀ ਮਾਤਾ ਸਾਹਿਬ ਕੌਰ ਜੀ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਮਿਲਣੀ ਚਾਹੀਦੀ ਹੈ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਮਾਤਾ ਸਾਹਿਬ ਕੌਰ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਕਿਰਪਾ ਕਰਕੇ ਮੈਨੂੰ ਵੀ ਇੱਕ ਪੁੱਤਰ ਦੀ ਦਾਤ ਬਖਸ਼ਿਓ। ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਆਖਿਆ ਕਿ ਅਸੀਂ ਆਪ ਜੀ ਨੂੰ ਐਸਾ ਪੁੱਤਰ ਦੇਵਾਂਗੇ ਜਿਹੜਾ ਕਿ ਨਾਦ ਤੋਂ ਪੈਦਾ ਹੋਇਆ ਪੁੱਤਰ ਹੈ, ਜਿਹੜਾ ਕਿ ਸ਼ਬਦ ਤੋਂ ਪੈਦਾ ਹੋਇਆ ਪੁੱਤਰ ਹੈ। ਤਾਂ ਮਾਤਾ ਜੀ ਨੇ ਆਖਿਆ ਉਹ ਕਿਹੜਾ ਪੁੱਤਰ ਹੈ ਆਪ ਜੀ ਦਾ? ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਹੈ ਉਹ ਮੇਰਾ ਖਾਲਸਾ ਪੁੱਤਰ ਹੈ। ਆਪ ਜੀ ਖਾਲਸਾ ਪੁੱਤਰ ਦੀ ਮਾਤਾ ਕਹਿਲਾਓਗੇ, ਸੋ ਮੈਂ ਆਪ ਜੀ ਦੀ ਝੋਲੀ ਵਿੱਚ ਸਾਰੇ ਖਾਲਸੇ ਨੂੰ ਪਾਉਣਾ ਹਾਂ। ਤਾਂ ਸਾਰੇ ਖਾਲਸੇ ਵਿੱਚ ਖੁਸ਼ੀ ਦੀ ਦੌੜ ਲੱਗ ਗਈ। ਖੁਸ਼ੀ ਨਾਲ, ਚਾਵਾਂ ਦੇ ਨਾਲ ਖਾਲਸਾ ਜੋ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹਨਾਂ ਦਾ ਮਨ ਗਦਗਦ ਹੋ ਗਿਆ ਕਿ ਸਾਨੂੰ ਮਾਤਾ ਮਿਲ ਗਈ ਕਿ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਹਨ। ਸੋ ਸਾਧ ਸੰਗਤ ਜੀ, ਮਾਤਾ ਤਾਂ ਮਾਤਾ ਸੁੰਦਰੀ ਜੀ ਵੀ ਸੀ ਤੇ ਮਾਤਾ ਜੀਤੋ ਜੀ ਵੀ ਸੀ। ਤੇ ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ ਤਾਂ ਉਹ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਏ। ਚਾਰੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਛਕ ਲਿਆ, ਉਹ ਵੀ ਖਾਲਸਾ ਪੰਥ ਵਿੱਚ ਆ ਗਏ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਈ। ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋ ਗਏ। ਸੋ ਸਾਧ ਸੰਗਤ ਜੀ, ਜੋ ਖਾਲਸਾ ਪਰਿਵਾਰ ਹੈ ਇਹ ਸਾਰਾ ਇੱਕ ਹੈ।
ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਐਸਾ ਖਾਲਸਾ ਪਰਿਵਾਰ ਸਾਨੂੰ ਮਿਲਿਆ ਹੈ। ਸੋ ਜੋ ਖਾਲਸਾ ਹੈ ਇਹ ਸਾਧ ਸੰਗਤ ਜੀ ਅਨਾਦਿ ਹੈ। ਸੋ ਅਬਨਾਸ਼ੀ ਹੈ ਖਾਲਸਾ। ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਅਬਨਾਸ਼ੀ ਹੈ, ਮਹਾਰਾਜ ਜੀ ਦਾ ਬਚਨ ਹੈ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਪਰਮਾਤਮਾ ਦੀ ਮੌਜ ਵਿੱਚ ਇਹ ਪ੍ਰਗਟ ਹੋਇਆ ਹੈ। ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਆਖਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਖਦੇ ਹਨ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹ ਤਹਿ ਪਏ ਸਹਾਏ। ਸੋ ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਾਣੀ ਪ੍ਰਗਟ ਹੋਏ ਹਨ। ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਵੀ ਆਖਿਆ ਜਾਂਦਾ ਹੈ ਕਿ ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਕਿ ਪ੍ਰਗਟ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ, ਜਾਣੀ ਪ੍ਰਗਟ ਹੋਏ ਹਨ। ਖਾਲਸਾ ਵੀ ਪ੍ਰਗਟ ਹੋਇਆ, ਗੁਰੂ ਸਾਹਿਬ ਵੀ ਜਾਣੀ ਪ੍ਰਗਟ ਹੋਏ ਹਨ। ਸੋ ਜਾਣੀ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਜਨਮ ਲੈਂਦੇ ਹਾਂ, ਇਸ ਤਰ੍ਹਾਂ ਜਨਮ ਨਹੀਂ ਹੁੰਦੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਐਸਾ ਸਤਿਗੁਰੂ ਮਹਾਰਾਜ ਜੀ ਅਬਨਾਸੀ ਹਨ, ਸਾਰਿਆਂ ਵਿੱਚ ਸਮਾਏ ਹੋਏ ਹਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੋ ਖਾਲਸਾ ਹੈ ਇਹ ਵੀ ਅਬਨਾਸੀ ਹੈ, ਇਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਖਾਲਸਾ ਜੋ ਗੁਣ ਹਨ ਖਾਲਸੇ ਦੇ, ਸੋ ਖਾਲਸਾ ਅਬਨਾਸੀ ਹੋਣ ਕਰਕੇ ਇਸ ਦਾ ਕਦੇ ਵੀ ਨਾਸ ਨਹੀਂ ਹੋਣਾ ਹੈ। ਵਾਹਿਗੁਰੂ ਦਾ ਕਦੇ ਨਾਸ ਨਹੀਂ ਹੋਣਾ, ਖਾਲਸੇ ਦਾ ਵੀ ਕਦੇ ਨਾਸ ਨਹੀਂ ਹੋਣਾ। ਕਿਉਂਕਿ ਖਾਲਸਾ ਸਤਿਗੁਰੂ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਨਾਦ ਤੋਂ ਪੈਦਾ ਕੀਤਾ ਹੈ। ਨਾਦ ਕਹਿੰਦੇ ਨੇ ਸ਼ਬਦ ਨੂੰ, ਸ਼ਬਦ ਕਹਿੰਦੇ ਨੇ ਆਵਾਜ਼ ਨੂੰ, ਜਾਣੀ ਬਾਣੀ ਕਹਿ ਦਿੰਦੇ ਨੇ। ਜੋ ਸ਼ਬਦ ਹੈ ਉਸ ਸ਼ਬਦ ਨੂੰ ਅਸੀਂ ਲਿਖਤ ਰੂਪ ਵਿੱਚ ਦੇ ਦਿੰਦੇ ਹਾਂ, ਅਸੀਂ ਉਸ ਨੂੰ ਗੁਰਬਾਣੀ ਆਖਦੇ ਹਾਂ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਲਿਖਤ ਰੂਪ ਦੇ ਵਿੱਚ ਸਾਨੂੰ ਗੁਰਬਾਣੀ ਬਖਸ਼ੀ ਹੈ, ਇਹੀ ਸ਼ਬਦ ਹੈ। ਇਸ ਸ਼ਬਦ ਦੀ ਬਾਣੀ ਦੀ ਕਿਰਪਾ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਜਾਣੀ ਸ਼ਬਦ ਪ੍ਰਵੇਸ਼ ਕੀਤਾ ਅੰਮ੍ਰਿਤ ਦੇ ਬਾਟੇ ਦੇ ਵਿੱਚ। ਉਸ ਸ਼ਬਦ ਦੁਆਰਾ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਸੁਰਜੀਤ ਕੀਤਾ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਜਾਣੀ ਇਸ ਤਰ੍ਹਾਂ ਕਰਕੇ ਹੀ ਜੋ ਖਾਲਸਾ ਹੈ ਇਹ ਸ਼ਬਦ ਤੋਂ ਪੈਦਾ ਹੋਇਆ ਹੈ। ਸੋ ਜੋ ਸ਼ਬਦ ਹੈ ਇਹ ਅਬਨਾਸੀ ਹੈ, ਸ਼ਬਦ ਦਾ ਕਦੇ ਨਾਸ ਨਹੀਂ ਹੁੰਦਾ। ਸ਼ਬਦ ਤੋਂ ਹੀ ਸਾਰੀ ਦੁਨੀਆ ਪੈਦਾ ਹੁੰਦੀ ਹੈ, ਸ਼ਬਦ ਵਿੱਚ ਹੀ ਨਾਸ ਹੋ ਜਾਂਦੀ ਹੈ, ਪਰ ਸ਼ਬਦ ਦਾ ਕਦੇ ਨਾਸ ਨਹੀਂ ਹੁੰਦਾ। ਸੋ ਜੋ ਖਾਲਸਾ ਹੈ ਇਹ ਸ਼ਬਦ ਤੋਂ ਪੈਦਾ ਹੋਇਆ ਹੈ। ਸੋ ਮਾਤਾ ਸਾਹਿਬ ਕੌਰ ਜੀ ਨੂੰ ਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿ ਇਹ ਸ਼ਬਦ ਤੋਂ ਜੋ ਖਾਲਸਾ ਪੈਦਾ ਹੋਇਆ ਹੈ ਇਹ ਮੈਂ ਆਪ ਜੀ ਦੀ ਝੋਲੀ ਵਿੱਚ ਪਾਉਣਾ ਹਾਂ। ਤਾਂ ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀ ਹੋਈ। ਮਾਤਾ ਸਾਹਿਬ ਕੌਰ ਜੀ ਬਹੁਤ ਪ੍ਰਸੰਨ ਹੋਏ ਅਤੇ ਕਿ ਮੈਨੂੰ ਪੁੱਤਰ ਦੀ ਦਾਤ ਮਿਲ ਗਈ। ਸੋ ਮਾਤਾ ਸਾਹਿਬ ਕੌਰ ਜੀ ਦਾ ਜੋ ਜੀਵਨ ਸੀ, ਤੇ ਮਾਤਾ ਸਾਹਿਬ ਕੌਰ ਜੀ ਸਵਾ ਪਹਿਰ ਤੜਕੇ ਉੱਠ ਕੇ ਇਸ਼ਨਾਨ ਕਰਦੇ ਸਨ, ਆਪਣਾ ਨਿਤਨੇਮ ਕਰਦੇ ਸਨ। ਮਾਤਾ ਸਾਹਿਬ ਕੌਰ ਜੀ ਦਾ ਇਹ ਨੇਮ ਸੀ ਕਿ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਕੁਝ ਛਕਿਆ ਕਰਦੇ ਸਨ। ਸੋ ਐਸਾ ਆਦਰਸ਼ਕ ਜੀਵਨ ਸੀ ਮਾਤਾ ਸਾਹਿਬ ਕੌਰ ਜੀ ਦਾ। ਸੋ ਉਹਨਾਂ ਨੇ ਜਿਤਨਾ ਸੰਜਮ ਮਾਤਾ ਸਾਹਿਬ ਕੌਰ ਜੀ ਨੇ ਜੀਵਨ ਵਿੱਚ ਰੱਖਿਆ ਹੈ ਉਤਨਾ ਹੀ ਸਿੱਖਾਂ ਵਿੱਚ ਆ ਗਿਆ। ਕਿਉਂਕਿ ਸਿੱਖਾਂ ਵਿੱਚ ਵੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਜਤੀ ਸਤੀ ਰਹੇ ਹਨ, ਇਸੇ ਤਰ੍ਹਾਂ ਹੀ ਖਾਲਸਾ ਵੀ ਫਿਰ ਜਤੀ ਸਤੀ ਹੋਇਆ ਹੈ। ਜਿਸ ਤਰ੍ਹਾਂ ਕਿ ਕਾਜ਼ੀ ਨੂਰਦੀਨ ਵਰਗਿਆਂ ਨੇ ਵੀ ਲਿਖਿਆ ਹੈ ਕਿ ਸਿੱਖਾਂ ਵਿੱਚ ਬੇਵਿਚਾਰ ਵਾਲੀ ਕੋਈ ਚੀਜ਼ ਨਹੀਂ ਹੈ। ਉਹ ਆਪਣੇ ਦੁਸ਼ਮਣ ਦੀ ਮਾਂ ਜਾਂ ਬੇਟੀ ਨੂੰ ਵੀ ਆਪਣੀ ਮਾਂ ਬੇਟੀ ਹੀ ਸਮਝਦੇ ਹਨ। ਸੋ ਐਸਾ ਆਦਰਸ਼ ਖਾਲਸੇ ਵਿੱਚ ਵੀ ਆਇਆ। ਜੋ ਖਾਲਸਾ ਹੈ ਇਹ ਜਤੀ ਸਤੀ ਹੋਇਆ। ਖਾਲਸੇ ਵਿੱਚ ਜਾਣੀ ਗੁਣ, ਜੈਸੇ ਗੁਣ ਮਾਤਾ ਪਿਤਾ ਵਿੱਚ ਹੁੰਦੇ ਹਨ ਵੈਸੇ ਹੀ ਸਿੱਖ ਵਿੱਚ ਗੁਣ ਆ ਜਾਇਆ ਕਰਦੇ ਹਨ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੀ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਜਤੀ ਸਤੀ ਰਹੇ। ਹੋਰ ਕਿਤੇ ਇਤਿਹਾਸ ਵਿੱਚ ਸਾਨੂੰ ਐਸੀ ਵਾਰਤਾ ਨਹੀਂ ਮਿਲੇਗੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਕਰਕੇ ਦਿਖਾਇਆ ਹੈ ਕਿ ਇੱਕ ਕੁਆਰਾ ਡੋਲਾ, ਸ਼ਾਦੀ ਤੋਂ ਬਾਅਦ ਮਹਾਰਾਜ ਜੀ ਨੇ ਕੁਆਰਾ ਡੋਲਾ ਰੱਖ ਕੇ ਦਿਖਾਇਆ ਹੈ। ਸੋ ਇਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਇਹ ਜਤਸਤ ਰੱਖਿਆ ਔਰ ਮਾਤਾ ਸਾਹਿਬ ਕੌਰ ਜੀ ਨੇ ਰੱਖਿਆ ਅਤੇ ਇਸ ਖਾਲਸੇ ਨੂੰ ਜਾਣੀ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ। ਸੋ ਤਾਂ ਕਰਕੇ ਹੀ ਖਾਲਸੇ ਵਿੱਚ ਵੀ ਜਤਸਤ ਹੈ। ਸੋ ਐਸੇ ਗੁਣ ਖਾਲਸੇ ਵਿੱਚ ਵੀ ਆਏ ਹਨ। ਸੋ ਮਾਤਾ ਸਾਹਿਬ ਕੌਰ ਜੀ ਦੇ 3 ਵੱਡੇ ਆਦਰਸ਼ ਸਨ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਅਪਣਾਏ ਸਨ, ਜਾਣੀ ਉਹਨਾਂ ਉੱਪਰ ਪਹਿਰਾ ਦਿੱਤਾ ਸੀ। ਉਹਨਾਂ ਵਿੱਚੋਂ ਜੋ ਪਹਿਲਾ ਆਦਰਸ਼ ਹੈ
ਕਿ ਸਦਾ ਸਿਮਰਨ ਕਰਦੇ ਰਹਿੰਦੇ ਸਨ। ਜੋ ਦੂਸਰਾ ਆਦਰਸ਼ ਹੈ, ਦਸ਼ਮੇਸ਼ ਪਿਤਾ ਜੀ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ ਸਨ ਅਤੇ ਉਹਨਾਂ ਦਾ ਦਰਸ਼ਨ ਕਰਕੇ ਹੀ ਕੁਝ ਛਕਿਆ ਕਰਦੇ ਸਨ। ਤੀਸਰਾ ਜੋ ਉਹਨਾਂ ਦਾ ਵੱਡਾ ਆਦਰਸ਼ ਹੈ ਉਹ ਇਹ ਹੈ ਕਿ ਖਾਲਸੇ ਪੁੱਤ ਦੀ ਦਾਤ ਨੂੰ ਵੱਧਦਾ ਫੁੱਲਦਾ ਦੇਖ ਕੇ ਸੰਤੁਸ਼ਟ ਹੁੰਦੇ ਸਨ, ਜਾਣੀ ਪ੍ਰਸੰਨ ਹੁੰਦੇ ਸਨ। ਸੋ ਮਾਤਾ ਜੀ ਦੇ ਜੋ ਆਦਰਸ਼ ਹਨ ਇਹ ਤਾਂ ਬੇਅੰਤ ਹਨ, ਪਰ ਜੋ ਮੁੱਖ ਰੂਪ ਵਿੱਚ ਇਤਿਹਾਸਕਾਰਾਂ ਨੇ ਲਿਖੇ ਹਨ ਉਹ ਇਹ 3 ਆਦਰਸ਼ ਹਨ। ਮਾਤਾ ਜੀ ਜਾਣੀ ਬਹੁਤ ਘੱਟ ਬੋਲਦੇ ਸਨ। ਜੋ ਪਹਿਰਾਵਾ ਸੀ ਉਹ ਸਾਦਾ ਪਹਿਨਿਆ ਕਰਦੇ ਸਨ ਮਾਤਾ ਜੀ। ਇਸ ਤਰ੍ਹਾਂ ਸਮਾਂ ਚੱਲਦਾ ਗਿਆ। ਮਾਤਾ ਜੀ ਬਹੁਤ ਸਨਮਾਨ ਦੇ ਨਾਲ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਰਹੇ ਅਤੇ ਮਾਤਾ ਗੁਜਰ ਕੌਰ ਜੀ ਵੀ ਬਹੁਤ ਪਿਆਰ ਕਰਦੇ ਸਨ ਅਤੇ ਮਾਤਾ ਸੁੰਦਰੀ ਜੀ ਬਹੁਤ ਪਿਆਰ ਕਰਦੇ ਸਨ। ਸੋ ਇਸ ਤਰ੍ਹਾਂ ਕਰਦੇ ਹੋਏ ਜਦੋਂ ਸਮਾਂ ਲੰਘਿਆ ਤਾਂ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਉਸ ਸਮੇਂ ਛੋਟੇ ਜੋ ਸਾਹਿਬਜ਼ਾਦੇ ਸਨ ਮਾਤਾ ਗੁਜਰੀ ਜੀ ਦੇ ਨਾਲ ਹੋ ਗਏ। ਵੱਡੇ ਸਾਹਿਬਜ਼ਾਦੇ 5 ਪਿਆਰੇ ਹੋਰ ਗੁਰਸਿੱਖ ਮਰਜੀਵੜੇ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋ ਗਏ। ਮਾਤਾ ਜੀਤੋ ਜੀ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਉਸ ਤੋਂ ਕਾਫੀ ਸਮਾਂ ਪਹਿਲਾਂ ਹੀ ਮਾਤਾ ਜੀਤੋ ਜੀ ਆਪਣਾ ਜੋਤੀ ਜੋਤ ਸਮਾ ਗਏ ਸਨ। ਸੋ ਹੁਣ ਮਾਤਾ ਸੁੰਦਰੀ ਜੀ ਨੇ ਅਤੇ ਮਾਤਾ ਸਾਹਿਬ ਕੌਰ ਜੀ ਨੇ। ਸੋ 10ਵੇਂ ਪਾਤਸ਼ਾਹ ਮਹਾਰਾਜ ਦਾ ਹੁਕਮ ਪਾ ਕੇ ਭਾਈ ਮਨੀ ਸਿੰਘ ਜੀ ਨੂੰ ਮਹਾਰਾਜ ਨੇ ਸੇਵਾ ਲਾਈ ਕਿ ਆਪ ਜੀ ਦੋਨੋਂ ਮਾਤਾਵਾਂ ਨੂੰ ਹੋਰ ਦਾਸੀਆਂ ਨੂੰ ਨਾਲ ਲੈ ਕੇ ਆਪ ਜੀ ਦਿੱਲੀ ਵੱਲ ਨੂੰ ਚਾਲੇ ਪਾ ਦਿਓ। ਸੋ ਇਸ ਤਰ੍ਹਾਂ ਮਾਤਾ ਜੀ ਫਿਰ ਦਿੱਲੀ ਵਿੱਚ ਆ ਕੇ ਠਹਿਰ ਗਏ। ਸੋ ਉਸ ਜਗ੍ਹਾ ਉੱਪਰ ਵੀ ਮਾਤਾ ਜੀ ਰਹਿੰਦੇ ਰਹੇ। ਤਾਂ ਮਾਤਾ ਜੀ ਨੇ ਆਖਿਆ 10ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਮੇਰਾ ਤਾਂ ਇਹ ਪਰਨ ਹੈ ਕਿ ਮੈਂ ਆਪ ਜੀ ਦੇ ਦਰਸ਼ਨ ਕਰਕੇ ਹੀ ਕੁਝ ਛਕਦੀ ਹਾਂ, ਤਾਂ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੀ। ਤਾਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਇੱਕ ਪੋਥੀ ਅਤੇ ਇੱਕ ਕਟਾਰ ਦਿੱਤੀ ਔਰ ਫਰਮਾਇਆ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ ਹੈ। ਆਪ ਜੀ ਪੋਥੀ ਦੇ ਦਰਸ਼ਨ ਕਰੋ। ਦਰਸ਼ਨ ਦੀਦਾਰ ਜਾਣੀ ਪਾਠ ਦੀਦਾਰ ਕਰੋ। ਅਤੇ ਆਪਾਂ ਅਰਦਾਸ ਵਿੱਚ ਵੀ ਰੋਜ਼ਾਨਾ ਪੜ੍ਹਦੇ ਹਾਂ। ਅਰਦਾਸ ਵਿੱਚ ਜਾਣੀ ਅਸੀਂ ਆਖਦੇ ਹਾਂ ਕਿ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੋ ਜਾਣੀ ਪਾਠ ਦੇ ਦੀਦਾਰ ਕਰਨੇ, ਇਹ ਗੁਰੂ ਦੇ ਦੀਦਾਰ ਕਰਨੇ ਹਨ, ਗੁਰੂ ਦੇ ਦਰਸ਼ਨ ਕਰਨੇ ਹਨ। ਪੋਥੀ ਪਰਮੇਸ਼ਰ ਕਾ ਥਾਨ ਹੈ। ਸੋ ਇਸ ਤਰ੍ਹਾਂ ਕਰਕੇ ਇਹ ਮਹਾਰਾਜ ਨੇ ਪੂਰਨੇ ਪਾਉਣੇ ਸਨ। ਇਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਣ ਅਸੀਂ ਦਰਸ਼ਨ ਕਰਦੇ ਹਾਂ। ਅਸੀਂ ਜਾਣੀ ਇਉਂ ਮਹਿਸੂਸ ਕਰਦੇ ਹਾਂ ਕਿ ਅਸੀਂ 10 ਪਾਤਸ਼ਾਹੀਆਂ ਦੇ ਦਰਸ਼ਨ ਕਰਦੇ ਹਾਂ, ਕਿਉਂਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸੋ ਜੋ ਗੁਰੂ ਸਾਹਿਬ ਹੋਏ ਹਨ 10 ਪਾਤਸ਼ਾਹੀਆਂ ਨੇ, ਉਹਨਾਂ ਦੀ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੋ ਇਸ ਤਰ੍ਹਾਂ ਕਰਕੇ ਮਾਤਾ ਜੀ ਨੂੰ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਕਿ ਆਪ ਜੀ ਪੋਥੀ ਦੇ ਦਰਸ਼ਨ ਕਰਿਆ ਕਰੋ, ਆਪ ਜੀ ਪਾਠ ਦੇ ਦਰਸ਼ਨ ਕਰਿਆ ਕਰੋ, ਗੁਰਬਾਣੀ ਆਪ ਜੀ ਪੜ੍ਹਿਆ ਕਰੋ ਔਰ ਤੁਹਾਨੂੰ ਇਹਨਾਂ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ। ਸੋ ਇਸ ਤਰ੍ਹਾਂ ਕਰਕੇ ਸਮਾਂ ਲੰਘਦਾ ਗਿਆ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦਾ ਜੰਗ ਕੀਤਾ। ਉਸ ਤੋਂ ਮਹਾਰਾਜ ਜੀ ਚਾਲੇ ਪਾ ਕੇ ਮਾਛੀਵਾੜੇ ਨੂੰ ਹੁੰਦੇ ਹੋਏ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅੱਗੇ ਜਾ ਕੇ ਰਾਏ ਕੱਲੇ ਕੋਲ ਰਹੇ। ਰਾਏਕੋਟ ਜਾਣੀ ਰਹੇ 10ਵੇਂ ਪਾਤਸ਼ਾਹ ਮਹਾਰਾਜ ਜੀ। ਉਸ ਤੋਂ ਅੱਗੇ ਮਹਾਰਾਜ ਜੀ ਨੇ ਚਾਲੇ ਪਾਏ ਤਾਂ ਮੁਕਤਸਰ ਸਾਹਿਬ ਦਾ ਜੰਗ ਹੋਇਆ। ਉਸ ਤੋਂ ਅੱਗੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਦਮਦਮਾ ਸਾਹਿਬ ਵਿਖੇ ਆ ਕੇ ਡੇਰਾ ਲਗਾਇਆ। ਸੋ ਉੱਥੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਤੋਂ ਫਿਰ ਬੁਲਵਾਇਆ, ਸੁਨੇਹਾ ਭੇਜਿਆ ਕਿ ਅਸੀਂ ਦਮਦਮਾ ਸਾਹਿਬ ਹਾਂ। ਸੋ ਦਮਦਮਾ ਸਾਹਿਬ ਵਿਖੇ ਫਿਰ ਭਾਈ ਮਨੀ ਸਿੰਘ ਜੀ ਹੋਰ ਜਿਹੜੇ ਸਿੰਘ ਨੇ ਉਹ ਮਾਤਾਵਾਂ ਨੂੰ ਲੈ ਕੇ ਆਉਂਦੇ ਹਨ, ਜਾਣੀ ਮਾਤਾ ਸੁੰਦਰੀ ਜੀ ਨੂੰ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਫਿਰ ਦਮਦਮਾ ਸਾਹਿਬ ਵਿਖੇ ਲੈ ਕਰਕੇ ਆਉਂਦੇ ਹਨ। ਉੱਥੇ ਉਹਨਾਂ ਨੇ ਪੁੱਛਿਆ ਕਿ ਸਾਡੇ ਪੁੱਤਰ ਨਹੀਂ ਇੱਥੇ ਦਿਖਾਈ ਦਿੰਦੇ। ਤਾਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੇ ਕਿਆ ਹੁਆ ਜੀਵਤ ਕਈ ਹਜ਼ਾਰ। ਆ ਜੋ ਖਾਲਸਾ ਹੈ ਇਹ ਆਪ ਜੀ ਦਾ ਪੁੱਤਰ ਹੈ। ਸੋ ਮਾਤਾ ਸੁੰਦਰੀ ਜੀ ਨੂੰ ਵੀ ਫਿਰ ਧੀਰ ਜਾਇਆ ਔਰ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸਾਹਿਬ ਕੌਰ ਜੀ ਤਾਂ ਖਾਲਸੇ ਦੀ ਮਾਤਾ ਹੈ ਹੀ ਸਨ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਕੁਝ ਸਮਾਂ ਦਮਦਮਾ ਸਾਹਿਬ ਵਿਖੇ ਗੁਜ਼ਾਰਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉੱਥੇ ਤਿਆਰ ਕਰਵਾਇਆ ਮਹਾਰਾਜ ਜੀ ਨੇ, ਅਤੇ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਉੱਥੇ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ। ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਬਖਸ਼ੀ ਦਮਦਮਾ ਸਾਹਿਬ ਦੀ, ਔਰ ਭਾਈ ਮਨੀ ਸਿੰਘ ਜੀ ਨੂੰ ਸੇਵਾ ਬਖਸ਼ੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਾਣੀ ਹੈੱਡ ਗ੍ਰੰਥੀ ਥਾਪਿਆ। ਸੋ ਮਹਾਰਾਜ ਜੀ ਸਾਰੀਆਂ ਸੇਵਾਵਾਂ ਸਿੱਖਾਂ ਨੂੰ ਸਮਝਾ ਕਰਕੇ ਮਹਾਰਾਜ ਜੀ ਨੇ ਫਿਰ ਦਮਦਮਾ ਸਾਹਿਬ ਤੋਂ ਚਾਲੇ ਪਾ ਦਿੱਤੇ। ਦਮਦਮਾ ਸਾਹਿਬ ਤੋਂ ਮਹਾਰਾਜ ਜੀ ਨੇ ਚਾਲੇ ਪਾ ਕੇ ਦਿੱਲੀ ਵੱਲ ਨੂੰ ਆ ਗਏ। ਦਿੱਲੀ ਮਹਾਰਾਜ ਜੀ ਕੁਝ ਸਮਾਂ ਰਹੇ ਹਨ। ਸੋ ਉੱਥੋਂ ਫਿਰ ਮਾਤਾ ਸਾਹਿਬ ਕੌਰ ਜੀ ਨੇ ਆਖਿਆ ਕਿ ਮੈਂ ਤਾਂ ਆਪ ਜੀ ਦੇ ਨਾਲ ਹੀ ਜਾਵਾਂਗੀ। ਸੋ ਮਾਤਾ ਸਾਹਿਬ ਕੌਰ ਜੀ ਨਾਲ ਹੀ ਚਾਲੇ ਪਾ ਦਿੰਦੇ ਹਨ। ਮਾਤਾ ਸੁੰਦਰੀ ਜੀ ਦਿੱਲੀ ਠਹਿਰ ਜਾਂਦੇ ਹਨ। ਅਤੇ ਮਾਤਾ ਸਾਹਿਬ ਕੌਰ ਜੀ ਇਸ ਤਰ੍ਹਾਂ ਚਲਦੇ ਚਲਦੇ ਫਿਰ ਨੰਦੇੜ ਸਾਹਿਬ ਵਿਖੇ ਔਰ ਸੱਚਖੰਡ ਜਾਣੀ ਹਜ਼ੂਰ ਸਾਹਿਬ ਵਿਖੇ ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਜਾਂਦੇ ਹਨ। ਸੋ ਇਸ ਤਰ੍ਹਾਂ ਕਰਕੇ ਸਮਾਂ ਲੰਘਦਾ ਗਿਆ। ਦਸਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਜਦੋਂ ਦੇਖਿਆ ਕਿ ਇੱਥੇ ਬਹੁਤ ਰੌਣਕਾਂ ਹਨ, ਅਤੇ ਦਮਦਮਾ ਸਾਹਿਬ ਤੋਂ ਚਾਲੇ ਪਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਨੰਦੇੜ ਸਾਹਿਬ ਵਿਖੇ ਪਹੁੰਚੇ ਹਨ, ਉੱਥੇ ਮਹਾਰਾਜ ਜੀ ਨੇ ਬੇਅੰਤ ਕੌਤਕ ਕੀਤੇ, ਜਿਵੇਂ ਸਹੇ ਦਾ ਉਧਾਰ ਕੀਤਾ। ਸੋ ਉਸ ਸਥਾਨ 'ਤੇ ਹੀ ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਰੋਜ਼ਾਨਾ ਹੀ ਮਾਤਾ ਸਾਹਿਬ ਕੌਰ ਜੀ ਨੂੰ ਦਰਸ਼ਨ ਦਿਆ ਕਰਦੇ ਸਨ। ਮਾਤਾ ਸਾਹਿਬ ਕੌਰ ਜੀ ਦਾ ਅਸਥਾਨ ਅੱਜ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬਣਿਆ ਹੋਇਆ ਹੈ। ਉੱਥੇ ਮਾਤਾ ਜੀ ਸਿਮਰਨ ਵਿੱਚ ਲੀਨ ਰਿਹਾ ਕਰਦੇ ਸਨ। ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਇੱਕ ਸਮਾਂ ਜ਼ਰੂਰ ਆ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਮਾਤਾ ਸਾਹਿਬ ਕੌਰ ਜੀ ਨੂੰ ਦਰਸ਼ਨ ਦਿੰਦੇ ਸਨ, ਔਰ ਭੋਜਨ ਪ੍ਰਸ਼ਾਦ ਉੱਥੇ ਛਕਿਆ ਕਰਦੇ ਸਨ। ਅੱਜ ਵੀ ਸੰਗਤਾਂ ਉੱਥੇ ਬੇਅੰਤ ਜਾਂਦੀਆਂ ਹਨ। ਮਾਤਾ ਸਾਹਿਬ ਕੌਰ ਜੀ ਦਾ ਜੋ ਅਸਥਾਨ ਹੈ ਉੱਥੇ ਬਹੁਤ ਹੀ ਬੰਦਗੀ ਵਾਲਾ ਸਥਾਨ ਹੈ। ਅੱਜ ਵੀ ਸੰਗਤਾਂ ਉੱਤੇ ਅਖੰਡ ਜਾਪ, ਨਾਮ ਸਿਮਰਨ, ਗੁਰਬਾਣੀ ਦੇ ਅਥਾਹ ਪ੍ਰਵਾਹ ਚਲਾਉਂਦੇ ਹਨ। ਸਿੱਖ ਉੱਥੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਹਨ। ਉੱਥੇ ਮਾਤਾ ਸਾਹਿਬ ਕੌਰ ਜੀ ਦਾ ਐਸਾ ਔਰਾ ਹੈ, ਇਉਂ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੀ ਮਾਂ ਦੀ ਗੋਦ ਵਿੱਚ ਆ ਗਏ ਹਾਂ। ਸੋ ਮਾਂ ਦਾ ਪਿਆਰ ਮਿਲਦਾ ਹੈ। ਭਾਵੇਂ ਮਾਤਾ ਸਾਹਿਬ ਕੌਰ ਜੀ ਹਰ ਸਮੇਂ ਹਰ ਸਿੱਖ ਦੇ ਨਾਲ ਖੜੇ ਹਨ, ਪਰ ਫਿਰ ਵੀ ਜਿੱਥੇ ਮਾਤਾ ਜੀ ਨੇ ਬੰਦਗੀ, ਸਿਮਰਨ, ਭਗਤੀ ਕੀਤੀ ਹੈ, ਉਸ ਸਥਾਨ ਦੇ ਉੱਪਰ ਵੱਖਰਾ ਇੱਕ ਔਰਾ ਹੋਇਆ ਕਰਦਾ ਹੈ। ਉਸ ਸਥਾਨ ਉੱਪਰ ਪਹੁੰਚ ਕਰਕੇ ਸਾਨੂੰ ਇਉਂ ਜਾਪਦਾ ਹੈ ਕਿ ਅਸੀਂ ਮਾਤਾ ਜੀ ਦੀ ਗੋਦ ਵਿੱਚ ਹਾਂ। ਸੋ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇਸ ਤਰ੍ਹਾਂ ਕਰਕੇ ਮਾਤਾ ਜੀ ਦੇ ਪਾਸ ਜਾਣੀ ਦਸਵੇਂ ਪਾਤਸ਼ਾਹ ਮਹਾਰਾਜ ਪਹੁੰਚਿਆ ਕਰਦੇ ਸਨ। ਰੋਜ਼ਾਨਾ ਉੱਥੇ ਪ੍ਰਸ਼ਾਦਾ ਪਾਣੀ ਛਕਿਆ ਕਰਦੇ ਸਨ। ਸੋ ਕੁਝ ਸਮਾਂ ਇਸ ਤਰ੍ਹਾਂ ਬੀਤਦਾ ਗਿਆ। ਸੋ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਹੁਣ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ, ਹੁਣ ਅਸੀਂ ਜੋਤੀ ਜੋਤ ਸਮਾ ਜਾਣਾ ਹੈ। ਤਾਂ ਮਾਤਾ ਜੀ ਦੇ ਮਨ ਵਿੱਚ ਬਹੁਤ ਵੈਰਾਗ ਆਇਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਆਪ ਜੀ ਤੋਂ ਬਿਨਾਂ ਕਿਸ ਤਰ੍ਹਾਂ ਰਹਿ ਸਕਦੀ ਹਾਂ। ਮੇਰਾ ਆਪ ਜੀ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੈ, ਜੋ ਦੇਹੀ ਹੈ ਇਸ ਦਾ ਜ਼ਰੂਰ ਨਾਸ ਹੋ ਜਾਣਾ ਹੁੰਦਾ ਹੈ। ਅਸੀਂ ਜੋ ਹਾਂ ਹਰ ਸਮੇਂ ਖਾਲਸੇ ਪੰਥ ਵਿੱਚ ਹੀ ਅਸੀਂ ਵਿਚਰਦੇ ਹਾਂ। ਖਾਲਸਾ ਮੇਰੋ ਰੂਪ ਹੈ ਖਾਸ, ਵਿੱਚ ਖਾਲਸੇ ਮੈਂ ਹੂੰ ਕਰੋ ਨਿਵਾਸ। ਮੈਂ ਖਾਲਸੇ ਦੇ ਵਿੱਚ ਹੀ ਮੈਂ ਨਿਵਾਸ ਕਰਦਾ ਹਾਂ। ਖਾਲਸਾ ਮੇਰਾ ਖਾਸ ਰੂਪ ਹੈ। ਸੋ ਮਾਤਾ ਜੀ ਨੂੰ ਇਸ ਤਰ੍ਹਾਂ ਕਰਕੇ ਸਮਝਾ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਆਪ ਜੀ ਸਾਡੇ 5 ਸ਼ਸਤਰ ਲੈ ਜਾਓ। ਆਪ ਜੀ ਕਿਰਪਾ ਕਰਕੇ ਮਾਤਾ ਸੁੰਦਰੀ ਜੀ ਦੇ ਪਾਸ ਆਪ ਜੀ ਦਿੱਲੀ ਵੱਲ ਚਲੇ ਜਾਓ। तो दसवें पातशाह महाराज जी ने 5 शस्त्र जिस तरह के या तलवार, खंजर, जमतर ते 2 खंडे बख्शे। सो दसवें पातशाह महाराज जी ने होर बहुत वड्डी एक किरपा की। माता जी नूं अपनी दसवें पातशाह महाराज जी ने मोहर बख्शी कि जो जी आप हुक्मनामे लिया करोगे उस उपर साड़ी मोहर लगाया करना। सो दसवें पातशाह महाराज जी ने कितना ज़्यादा माण बख्शिया है खालसे की माता नूं। सो माता साहिब कौर जी इस तरह दसवें पातशाह की आग्या पा करके माता जी फिर दिल्ली वाल नूं आ गए। सो जदों कुछ समा बीतिया तां माता जी नूं खबर दिल्ली विखे पहुँच गई कि दसवें पातशाह महाराज जी ज्योति जोत समा गए हैं। तो ये खबर सुन के माता साहिब कौर जी विच बहुत मैराग आया। सो वो पहला ही बहुत थोड़ा वैसे छकिया करते सन।
ਸੋ ਹੋਰ ਉਹਨਾਂ ਨੇ ਉਹਨਾਂ ਦਾ ਖਾਣਾ ਪੀਣਾ ਘਟ ਗਿਆ। ਸੇ ਮਾਤਾ ਜੀ ਬਹੁਤ ਦੇਰ, ਲੰਬੀ ਦੇਰ ਤੱਕ ਸਮਾਧੀ ਵਿੱਚ ਹੀ ਰਿਹਾ ਕਰਦੇ ਸਨ। ਨਾਮ ਸਿਮਰਨ ਵਿੱਚ ਲੀਨ ਰਹਿੰਦੇ ਸਨ ਮਾਤਾ ਜੀ। ਸੋ ਮਹਾਰਾਜ ਜੀ ਵੱਲੋਂ ਜੋ ਪੋਥੀ ਬਖਸ਼ੀ ਹੋਈ ਸੀ ਉਸ ਦਾ ਪਾਠ ਕਰਦੇ ਰਹਿੰਦੇ ਸਨ, ਬਾਣੀ ਪੜ੍ਹਦੇ ਰਹਿੰਦੇ ਸਨ। ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦਾ ਮਾਤਾ ਜੀ ਉਪਦੇਸ਼ ਦਿੰਦੇ ਸਨ ਕਿ ਆਪ ਜੀ ਗੁਰਬਾਣੀ ਪੜ੍ਹੋ। ਖਾਲਸੇ ਪੰਥ ਵਿੱਚ ਕਈ ਵਾਰੀ 10ਵੇਂ ਪਾਤਸ਼ਾਹ ਦੇ ਜਾਣ ਤੋਂ ਬਾਅਦ ਕੁਝ ਜੋ ਸ਼ਰਾਰਤੀ ਅਨਸਰ ਸਨ ਉਹਨਾਂ ਵੱਲੋਂ ਦੁਫਾੜ ਪਾਇਆ ਗਿਆ ਤੇ ਚੁਗਲਖੋਰਾਂ ਨੇ ਜਾਣੀ ਚੁਗਲੀਆਂ ਕੀਤੀਆਂ ਤੇ ਮਾਤਾ ਸਾਹਿਬ ਕੌਰ ਜੀ ਔਰ ਮਾਤਾ ਸੁੰਦਰੀ ਵਿੱਚ ਦੁਫਾੜ ਪਾਉਣ ਦੀ ਕੋਸ਼ਿਸ਼ ਕੀਤੀ। ਤਾਂ ਮਾਤਾ ਸਾਹਿਬ ਕੌਰ ਜੀ ਨੇ ਇੱਕ ਉਚੇਚਾ ਹੁਕਮਨਾਮਾ ਖਾਲਸਾ ਪੰਥ ਨੂੰ ਜਾਰੀ ਕਰਕੇ ਲਿਖਿਆ ਕਿ ਗੁਰੂ ਕਾ ਘਰ ਇੱਕ ਜਾਣਨਾ, ਇਹ ਜਾਣੀ ਹੁਕਮਨਾਮਾ ਲਿਖਿਆ ਔਰ ਉਸ ਦੇ ਉੱਪਰ ਮੋਹਰ ਲਗਾਈ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਹੁਕਮਨਾਮਾ ਜਾਰੀ ਕਰਨ ਲੱਗੇ, ਮੋਹਰ ਲਗਾਉਂਦੇ ਸਨ, ਉਹੀ ਮੋਹਰ ਮਾਤਾ ਸਾਹਿਬ ਕੌਰ ਜੀ ਨੇ ਲਗਾਈ ਵੀ ਕੋਈ ਇਹ ਦੋ ਘਰ ਨਹੀਂ ਹੈ, ਅਲੱਗ-ਅਲੱਗ ਨਹੀਂ ਹੈ ਕੋਈ ਘਰ, ਇੱਕ ਹੀ ਘਰ ਹੈ ਜਿਸ ਦੇ ਕਿ ਬਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ। ਸੋ ਖਾਲਸੇ ਪੰਥ ਵਿੱਚ ਬਹੁਤ ਹੀ ਪਿਆਰ ਵਧਾਇਆ ਮਾਤਾ ਜੀ ਨੇ। ਸੋ ਇਸ ਤਰ੍ਹਾਂ ਦੋਨੋਂ ਮਾਤਾਵਾਂ ਪਿਆਰ ਦੇ ਨਾਲ ਜਾਣੀ ਰਹਿੰਦੀਆਂ ਰਹੀਆਂ। ਸੋ ਉਸ ਤੋਂ ਬਾਅਦ ਜੀ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤਾਂ ਮਾਤਾ ਜੀ ਇਸ ਤਰ੍ਹਾਂ ਜਾਣੀ ਬਹੁਤ ਬੈਰਾਗ ਵਿੱਚ ਰਹਿੰਦੇ ਰਹੇ, ਗੁਰਬਾਣੀ ਦਾ ਉਪਦੇਸ਼ ਸੰਗਤਾਂ ਨੂੰ ਦਿੰਦੇ ਰਹੇ। ਸੋ ਇਸ ਤਰ੍ਹਾਂ ਕਰਦੇ ਹੋਏ ਮਾਤਾ ਸਾਹਿਬ ਕੌਰ ਜੀ ਨੇ ਵੀ ਕੁਝ ਸਮੇਂ ਬਾਅਦ ਜਦੋਂ ਉਹਨਾਂ ਨੇ ਜਾਣਿਆ ਕਿ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ ਤਾਂ ਮਾਤਾ ਸੁੰਦਰੀ ਜੀ ਕੋਲੋਂ ਆਗਿਆ ਲਈ ਕਿ ਹੁਣ ਅਸੀਂ ਜੋਤੀ ਜੋਤ ਸਮਾ ਜਾਣਾ ਹੈ, ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ, ਹੁਣ ਇਹ ਜਿਹੜੀ ਜੋਤ ਹੈ ਇਹ 10ਵੇਂ ਪਾਤਸ਼ਾਹ ਵਿੱਚ ਲੀਨ ਹੋ ਜਾਣੀ ਹੈ, ਅਸੀਂ ਹੁਣ ਸੱਚਖੰਡ ਚਲੇ ਜਾਣਾ ਹੈ। ਤਾਂ ਮਾਤਾ ਜੀ ਨੇ ਇਸ਼ਨਾਨ ਕੀਤਾ, ਚਿੱਟੇ ਵਸਤਰ ਪਹਿਨੇ, ਨਿਤਨੇਮ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਤੇ ਆਪੇ ਹੀ ਹੁਕਮਨਾਮਾ ਲਿਆ, ਮੱਥਾ ਟੇਕਿਆ ਔਰ ਆਪਣੇ ਪ੍ਰਾਣ ਪੰਖੇਰੂ ਕਰ ਦਿੱਤੇ, ਜਾਣੀ ਮਾਤਾ ਜੀ ਜੋਤੀ ਜੋਤ ਸਮਾ ਗਏ। ਸੋ ਮਾਤਾ ਜੀ ਦਾ ਜੋਤੀ ਜੋਤ ਸਮਾਉਣ ਦਾ ਜੋ ਸਮਾਂ ਸੀ ਉਹ ਬਿਕਰਮੀ 1804 ਨੂੰ ਹੋਈ, ਜਾਣੀ ਅਕਾਲ ਚਲਾਣੇ ਸਮੇਂ ਮਾਤਾ ਜੀ ਦੀ ਜੋ ਕੁੱਲ ਉਮਰ ਸੀ ਉਹ 66 ਕੁ ਸਾਲ ਦੀ ਹੁੰਦੀ ਹੈ। ਸੋ ਜਾਣੀ ਮਾਤਾ ਜੀ 66 ਸਾਲ ਦੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ। ਮਾਤਾ ਜੀ ਦਾ ਜੋ ਸੰਸਕਾਰ ਕੀਤਾ ਹੈ ਇਹ ਬਾਲਾ ਸਾਹਿਬ ਦੇ ਅਸਥਾਨ ਵਿਖੇ ਕੀਤਾ ਹੈ, ਜਿੱਥੇ ਕਿ 8ਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਸੰਸਕਾਰ ਹੋਇਆ ਸੀ। ਸੋ ਇਹ ਜਮਨਾ ਨਦੀ ਦੇ ਕਿਨਾਰੇ ਹੈ, ਜਿੱਥੇ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸੰਸਕਾਰ ਹੋਇਆ ਉਸ ਦੇ ਨਜ਼ਦੀਕ ਹੀ ਮਾਤਾ ਸਾਹਿਬ ਕੌਰ ਜੀ ਦੇ ਸੰਸਕਾਰ ਦਾ ਅਸਥਾਨ ਹੈ। ਸੋ ਮਾਤਾ ਸਾਹਿਬ ਕੌਰ ਜੀ ਨੇ ਇਸ ਤਰ੍ਹਾਂ ਕਰਕੇ ਜੋਤੀ ਜੋਤ ਸਮਾਏ ਸਨ। ਸੋ ਮਾਤਾ ਸਾਹਿਬ ਕੌਰ ਜੀ ਦੇ ਲਿਖੇ 8 ਹੁਕਮਨਾਮੇ ਮਿਲਦੇ ਹਨ। ਇਹਨਾਂ ਸਾਰੇ ਹੁਕਮਨਾਮਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਆਪਣੇ ਪੁੱਤਰ, ਆਪਣੇ ਬੇਟੇ ਪੰਥ ਖਾਲਸੇ ਨਾਲ ਉਹ ਕਿਤਨਾ ਕੁ ਪਿਆਰ ਕਰਦੇ ਸਨ, ਜਾਣੀ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਹਰ ਹੁਕਮਨਾਮੇ ਵਿੱਚ ਉਹ ਲਿਖਦੇ ਸਨ ਕਿ ਤੁਸੀਂ ਮੇਰੇ ਪੁੱਤ ਫਰਜ਼ੰਦ ਹੋ, ਤੁਸੀਂ ਮੇਰੇ ਪਿਆਰੇ ਪੁੱਤਰ ਹੋ। ਆਪਣੇ ਜਾਣੀ ਹੁਕਮਨਾਮੇ ਵਿੱਚ ਐਸੀ ਬਾਤ ਮਾਤਾ ਜੀ ਜ਼ਰੂਰ ਲਿਖਿਆ ਕਰਦੇ ਸਨ। ਸੋ ਅਰਦਾਸ ਕਰਦੇ ਸਨ ਕਿ ਵਾਹਿਗੁਰੂ ਜੀ ਕਿਰਪਾ ਰੱਖੇ, ਦੇਗ ਤੇਗ ਫਤਿਹ ਰਹੇ, ਲੋ ਲੰਗਰ ਤਪਦੇ ਰਹਿਣ, ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇ। ਸੋ ਇਸ ਤਰ੍ਹਾਂ ਆਪਣੇ ਖਾਲਸੇ ਨੂੰ ਪਿਆਰ ਕਰਦੇ ਰਹਿੰਦੇ ਸਨ ਮਾਤਾ ਜੀ। ਸੋ ਜਾਣੀ ਇਸ ਤਰ੍ਹਾਂ ਕਰਦੇ ਹੋਏ ਮਾਤਾ ਜੀ ਨੇ ਹੋਰ ਵੀ ਸੇਵਾ ਦੇ ਕਾਰਜ ਕੀਤੇ। ਜਿੱਥੇ ਕੋਈ ਪਾਣੀ ਦੀ ਥੁੜ ਹੋਣੀ ਉੱਥੇ ਮਾਤਾ ਜੀ ਖੂਹ ਲਗਵਾਉਂਦੇ ਰਹੇ। ਸੋ ਮਾਤਾ ਦਾ ਜਾਣੀ ਆਸ਼ੀਰਵਾਦ ਖਾਲਸਾ ਪੰਥ ਨੂੰ ਮਿਲਦਾ ਰਿਹਾ। ਸੋ ਸਾਧ ਸੰਗਤ ਜੀ, ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ। ਸੁਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਜਨਨੀ ਆਖਿਆ ਜਾਂਦਾ ਹੈ ਮਾਤਾ ਨੂੰ। ਮਾਤਾ ਆਪਣੇ ਪੁੱਤਰਾਂ ਦੇ ਜੋ ਔਗਣ ਹੁੰਦੇ ਹਨ ਉਹਨਾਂ ਨੂੰ ਆਪਣੇ ਮਨ ਵਿੱਚ ਨਹੀਂ ਰੱਖਦੇ ਹੁੰਦੇ। ਜਿਸ ਤਰ੍ਹਾਂ ਆਮ ਦੁਨਿਆਵੀ ਮਾਤਾ ਹੈ ਉਹ ਵੀ ਨਹੀਂ ਰੱਖਦੀ, ਆਪਣੇ ਪੁੱਤਰ ਦੇ ਔਗਣਾਂ ਨੂੰ ਆਪਣੇ ਮਨ ਵਿੱਚ ਨਹੀਂ ਰੱਖੇਗੀ। ਸੋ ਇਸੇ ਤਰ੍ਹਾਂ ਹੀ ਇਹ ਖਾਲਸੇ ਦੀ ਮਾਤਾ ਹੈ, ਸਾਡੀ ਸਾਰਿਆਂ ਦੀ ਮਾਂ ਨੇ ਮਾਤਾ ਸਾਹਿਬ ਕੌਰ ਜੀ। ਸੁਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਰਾਮਈਆ ਹਉ ਬਾਰਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਜੇ ਅਤ ਕ੍ਰੋਧ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖ ਸਮਾਇਆ। ਚਿੰਤ ਭਵਨ ਮਨ ਪਰਿਓ ਹਮਾਰਾ,
ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸੋ ਐਸੀ ਮਾਤਾ ਸਾਹਿਬ ਕੌਰ ਜੀ ਨੇ, ਜਿਸ ਤਰ੍ਹਾਂ ਪਿਤਾ ਹੁੰਦਾ ਹੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੈ। ਪਿਤਾ ਕਈ ਵਾਰੀ ਝਿੜਕ ਦੇ ਦਿੰਦਾ ਹੈ ਆਪਣੇ ਪੁੱਤਰਾਂ ਨੂੰ, ਪਰ ਮਾਤਾ ਆਪਣੀ ਗਲ ਨਾਲ ਲਾ ਲੈਂਦੀ ਹੈ। ਸੋ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਵਿੱਚ ਅਸੀਂ ਵੀ ਅਰਦਾਸਾਂ ਬੇਨਤੀਆਂ ਕਰੀਏ ਕਿ ਮਾਤਾ ਜੀ, ਕਿ ਸਾਡੇ ਜਿਹੜੇ ਔਗਣ ਨੇ, ਸਾਡੇ ਜੋ ਗੁਨਾਹ ਨੇ, हे ਮਾਤਾ ਜੀ, ਆਪ ਜੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਕਿਰਪਾ ਕਰਕੇ ਆਪ ਜੀ ਸਾਡੇ ਵਿਚੋਲੇ ਬਣ ਕੇ ਬਖਸ਼ਾ ਲੈਣੇ ਮਾਤਾ ਜੀ। ਮਾਤਾ ਜੀ, ਅਸੀਂ ਆਪ ਜੀ ਦੇ ਪੁੱਤਰ ਹਾਂ। ਸੋ ਮਾਤਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਸੋ ਖਾਲਸਾ ਪੰਥ ਜੋ ਹੈ ਸਾਰਾ ਮਾਤਾ ਜੀ ਦਾ ਪੁੱਤਰ ਹੈ। ਸੋ ਇਸ ਤਰ੍ਹਾਂ ਕਰਕੇ ਮਾਤਾ ਜੀ ਦਾ ਆਸ਼ੀਰਵਾਦ, ਮਾਤਾ ਜੀ ਦੀ ਜੋ ਆਸੀਸ ਹੈ, ਉਹ ਆਪਣੇ ਪੁੱਤਰਾਂ ਦੇ ਸਿਰ ਤੇ ਸਦਾ ਹੀ ਰਹਿੰਦੀ ਹੈ। ਬੂਤਾ ਮਾਤਾ ਕੀ ਆਸੀਸ, ਮਾਤਾ ਦੀ ਕੀ ਆਸੀਸ ਹੁੰਦੀ ਹੈ ਆਪਣੇ ਬੱਚਿਆਂ ਨੂੰ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। हे ਮੇਰੇ ਪੁੱਤਰੋ, ਮੇਰੀ ਆਪ ਜੀ ਨੂੰ ਆਸੀਸ ਹੈ ਕਿ ਆਪ ਜੀ ਨੂੰ ਨਿਮਖ ਮਾਤਰ ਵੀ ਆਪ ਜੀ ਨੂੰ ਪਰਮੇਸ਼ਰ ਦਾ ਨਾਮ ਨਾ ਵਿਸਰੇ, ਆਪ ਜੀ ਨੂੰ ਸਦਾ ਯਾਦ ਬਣੀ ਰਹੇ। ਸੋ ਜੋ ਆਦਰਸ਼ ਸੀ ਮਾਤਾ ਜੀ ਦਾ, ਸਿਮਰਨ, ਸੇਵਾ, ਕੁਰਬਾਨੀ, ਜਤ ਸਤ, ਸੋ ਇਹ ਸਾਹਮਣੇ ਰੱਖ ਕੇ ਸਾਨੂੰ ਵੀ ਇਸ ਉੱਪਰ ਪਹਿਰਾ ਦੇਣਾ ਚਾਹੀਦਾ ਹੈ। ਕਲਗੀਧਰ ਪਿਤਾ ਜੀ ਨੇ ਸਾਡੇ, ਉਹਨਾਂ ਦਾ ਹੱਥ ਖਾਲਸੇ ਪੰਥ ਦੀ ਪਿੱਠ ਦੇ ਉੱਪਰ ਹੈ, ਤੇ ਮਾਤਾ ਜੀ ਦੀ ਜੋ ਅਸੀਸ ਹੈ ਉਹ ਸਾਡੀ ਸੀਸ ਦੇ ਉੱਪਰ ਹੈ। ਸੋ ਸਾਨੂੰ ਮਾਤਾ ਪਿਤਾ ਸਾਡੇ ਹਰ ਸਮੇਂ ਨਾਲ ਹਨ। ਸੋ ਇਸ ਕਰਕੇ ਕੋਈ ਘਬਰਾਉਣਾ ਨਹੀਂ ਚਾਹੀਦਾ। ਖਾਲਸਾ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਰਹੇਗੀ, ਔਰ ਕਦੇ ਵੀ ਇਸ ਤਰ੍ਹਾਂ ਕਰਕੇ ਮਾਯੂਸ ਨਹੀਂ ਹੋਣਾ ਹੈ। ਸੋ ਦਸਵੇਂ ਪਾਤਸ਼ਾਹ ਮਹਾਰਾਜ ਜੀ ਔਰ ਮਾਤਾ ਸਾਹਿਬ ਕੌਰ ਜੀ ਹਰ ਸਮੇਂ ਖਾਲਸਾ ਪੰਥ ਦੇ ਹਰ ਆਪਣੇ ਪੁੱਤਰਾਂ ਦੇ ਅੰਗ ਸੰਗ ਹਨ। ਸੋ ਜੋ ਇੱਕ ਬੀਬੀ ਇਸਤਰੀ ਹੋਇਆ ਕਰਦੀ ਹੈ, ਉਹ ਵੀ ਅੰਮ੍ਰਿਤ ਛਕਦੀ ਹੈ। ਅੰਮ੍ਰਿਤ ਛਕਣ ਤੋਂ ਬਾਅਦ ਉਹ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੁੰਦੀ ਹੈ। ਉਸ ਨੂੰ ਜਾਣੀ ਜਿਸ ਤਰ੍ਹਾਂ ਫਲਾਣੀ ਕੌਰ ਖਾਲਸਾ ਆਖਿਆ ਜਾਂਦਾ ਹੈ, ਉਸ ਨੂੰ ਖਾਲਸੀ ਨਹੀਂ ਆਖਿਆ ਜਾਂਦਾ। ਜਾਣੀ ਉਸ ਨੂੰ ਵੀ ਜੋ ਖਾਲਸਾ ਮਹਾਰਾਜ ਨੇ ਸਾਜਿਆ ਹੈ, ਇਹ ਜਾਣੀ ਕੋਈ ਮਰਦ ਇਸਤਰੀ ਦੇ ਰੂਪ ਵਿੱਚ ਨਹੀਂ ਹੈ। ਖਾਲਸਾ ਇੱਕ ਜੋਤ ਸਰੂਪ ਹੈ। ਜਿਸ ਤਰ੍ਹਾਂ ਤੇ ਮਹਾਰਾਜ ਜੀ ਦਾ ਹੁਕਮ ਹੈ ਕਿ ਜੋ ਪਰਮੇਸ਼ਰ ਹੈ ਇਹ ਵੀ ਜੋਤ ਰੂਪ ਹੈ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ। ਕਿ ਸੁਨ ਮੰਡਲ ਦੇ ਵਿੱਚ ਇੱਕ ਜੋਗੀ ਰੂਪ ਅਕਾਲ ਪੁਰਖ ਜੀ ਬੈਠੇ ਹਨ। ਉਹਨਾਂ ਨੂੰ ਨਾ ਹੀ ਪੁਰਖ ਆਖਿਆ ਜਾ ਸਕਦਾ ਹੈ, ਨਾ ਹੀ ਉਹਨਾਂ ਨੂੰ ਇਸਤਰੀ ਆਖਿਆ ਜਾ ਸਕਦਾ ਹੈ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ। ਸੋ ਉਸ ਨੂੰ ਕੈਸਾ ਆਖਿਆ ਜਾਏਗਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਖਾਲਸਾ ਹੈ। ਖਾਲਸਾ ਜੋ ਹੈ ਇਹ ਮਰਦ ਇਸਤਰੀ ਦੇ ਰਿਸ਼ਤੇ ਤੋਂ ਵੀ ਉੱਪਰ ਹੈ। ਸਾਧ ਸੰਗਤ ਜੀ, ਖਾਲਸਾ ਤਾਂ ਕੇਵਲ ਖਾਲਸਾ ਹੀ ਆਖਿਆ ਜਾ ਸਕਦਾ ਹੈ। ਖਾਲਸੇ ਨੂੰ ਖਾਲਸਾ ਕਹਿਣ ਤੋਂ ਹੋਰ ਕੋਈ ਉਪਾਧੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਸਭ ਤੋਂ ਉੱਚੀ ਉਪਾਧੀ ਖਾਲਸਾ ਹੈ, ਜੋ ਕਿ ਖਾਲਸਾ ਆਖਿਆ ਜਾਂਦਾ ਹੈ ਜਿਸ ਦੇ ਵਿੱਚ ਜੋ ਸ਼ੁੱਧ ਹੋਵੇ। ਸ਼ੁੱਧ ਉਸ ਨੂੰ ਆਖਿਆ ਜਾਂਦਾ ਹੈ ਜਿਸ ਦੇ ਵਿੱਚ ਹਉਮੈ ਦੀ ਮੈਲ ਨਾ ਹੋਵੇ। ਜਾਣੀ ਹਉਮੈ ਦੀ ਮੈਲ ਤੋਂ ਰਹਿਤ ਹੁੰਦਾ ਹੈ ਖਾਲਸਾ। ਐਸਾ ਖਾਲਸਾ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਜਿਆ ਹੈ। ਸੋ ਐਸੇ ਖਾਲਸੇ ਨੂੰ ਦਸਵੇਂ ਪਾਤਸ਼ਾਹ ਮਹਾਰਾਜ ਔਰ ਮਾਤਾ ਸਾਹਿਬ ਕੌਰ ਜੀ ਦਾ ਸਦਾ ਹੀ ਆਸ਼ੀਰਵਾਦ ਹੈ। ਸੋ ਸਾਧ ਸੰਗਤ ਜੀ, ਇਹ ਐਸਾ ਜੋ ਆਦਰਸ਼ ਖਾਲਸਾ ਸਾਜਿਆ ਹੈ, ਇਸ ਦੀ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਬਾਰੇ ਆਪਾਂ ਨੇ ਕੁਝ ਕੁ ਮਾਤਰ ਜੋ ਆਪਾਂ ਨੇ ਜੀਵਨ ਦੀ ਵਿਚਾਰ ਕੀਤੀ ਹੈ। ਸਾਧ ਸੰਗਤ ਜੀ, ਮਾਤਾ ਜੀ ਦਾ ਜੀਵਨ ਅਥਾਹ ਹੈ। ਬੱਚੇ ਆਪਣੇ ਮਾਤਾ ਪਿਤਾ ਜੀ ਦੇ ਜੀਵਨ ਬਾਰੇ ਕਿੰਨਾ ਕੁ ਦੱਸ ਸਕਦੇ ਹਨ। ਮਾਤਾ ਪਿਤਾ ਦਾ ਜੀਵਨ ਬਾਰੇ ਕੁਝ ਨਹੀਂ ਦੱਸ ਸਕਦੇ। ਸੋ ਤੁੱਛ ਮਾਤਰ ਸਾਧ ਸੰਗਤ ਜੀ, ਇਹ ਮਾਤਾ ਜੀ ਦੇ ਜੀਵਨ ਦਾ ਜੋ ਝਲਕ ਪਾਈ ਹੈ। ਸਾਧ ਸੰਗਤ ਜੀ, ਪਿਤਾ ਕਾ ਜਨਮ ਕੀ ਜਾਣੈ ਪੂਤ, ਪੁੱਤਰ ਆਪਣੇ ਮਾਤਾ ਪਿਤਾ ਬਾਰੇ ਕੁਝ ਨਹੀਂ ਦੱਸ ਸਕਦੇ। ਸੋ ਐਸਾ ਜੀਵਨ ਦੀ ਵਿਚਾਰ ਕਰਦਿਆਂ ਹੋਇਆਂ ਸਾਧ ਸੰਗਤ ਜੀ, ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸੋ ਸਮੂਹ ਖਾਲਸਾ ਪੰਥ ਸੇ ਮਾਤਾ ਸਾਹਿਬ ਕੌਰ ਜੀ ਔਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਖਿਮਾ ਬਖਸ਼ਣ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ, ਆਪਣੇ ਪੰਥ ਨਾਲ ਜੋੜ ਕੇ ਰੱਖਣ।
ਦੇਖੋ ਮਾਤਾ ਜੀ ਜਦੋਂ ਖਾਲਸਾ ਪੰਥ ਵਿੱਚ ਵਾਧਾ ਹੁੰਦਾ ਸੀ ਤਾਂ ਮਾਤਾ ਜੀ ਪ੍ਰਸੰਨ ਹੁੰਦੇ ਸਨ। ਖਾਲਸਾ ਪੰਥ ਵਿੱਚ ਵਾਧੇ ਦਾ ਮਤਲਬ ਕੀ ਹੈ ਕਿ ਖਾਲਸਾ ਪੰਥ ਵਿੱਚ ਵਾਧਾ ਭਾਵ ਕਿ ਅੰਮ੍ਰਿਤਧਾਰੀ ਸਿੰਘ ਪੈਦਾ ਹੋਣ। ਸੋ ਸਾਧ ਸੰਗਤ ਜੀ, ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਆਪਣੀ ਮਾਤਾ ਦੀਆਂ ਖੁਸ਼ੀਆਂ ਲਈਏ। ਜੋ ਜਿਤਨੇ ਵੀ ਕੋਈ ਜੀਵ ਨੇ ਸੋ ਖਾਲਸਾ ਪੰਥ ਤੋਂ ਜੋ ਭੁੱਲੇ ਭਟਕੇ ਹੋਏ ਹਨ, ਉਹਨਾਂ ਨੂੰ ਅਸੀਂ ਪ੍ਰੇਰ ਕਰਕੇ ਸਿੱਖੀ ਨਾਲ ਅਸੀਂ ਜੋੜੀਏ, ਉਹਨਾਂ ਨੂੰ ਗੁਰਬਾਣੀ ਨਾਲ ਅਸੀਂ ਜੋੜੀਏ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਅਸੀਂ ਜੋੜੀਏ, ਤਾਂ ਕਰਕੇ ਉਹ ਵੀ ਅੰਮ੍ਰਿਤ ਛਕ ਕੇ ਔਰ ਖਾਲਸੇ ਬਣ ਜਾਣ। ਸੋ ਮਾਤਾ ਜੀ ਦਾ ਮਨ ਬੜਾ ਪ੍ਰਸੰਨ ਹੁੰਦਾ ਸੀ ਖਾਲਸੇ ਪੁੱਤਰ ਵੱਲ ਦੇਖ ਕੇ। ਸੋ ਖਾਲਸੇ ਪੰਥ ਵਿੱਚ ਜਦੋਂ ਵਾਧਾ ਹੋਏਗਾ ਤਾਂ ਸਾਡੇ ਮਾਤਾ ਜੀ ਸਾਡੇ ਉੱਪਰ ਪ੍ਰਸੰਨ ਹੋਣਗੇ। ਸੋ ਸਮੂਹ ਸਾਧ ਸੰਗਤਾਂ ਨੂੰ, ਸਿੱਖ ਪੰਥ ਨੂੰ ਬੇਨਤੀ ਹੈ ਕਿ ਭਾਈ ਵੱਧ ਤੋਂ ਵੱਧ ਅਸੀਂ ਅੰਮ੍ਰਿਤ ਛਕੀਏ। ਸੋ ਵੱਧ ਤੋਂ ਵੱਧ ਅਸੀਂ ਖਾਲਸੇ ਬਣੀਏ। ਸੋ ਅੰਮ੍ਰਿਤ ਦੀ ਦਾਤ ਲੈ ਕੇ ਅਸੀਂ ਆਪਣੇ ਮਾਤਾ ਪਿਤਾ ਦੀ 10ਵੇਂ ਪਾਤਸ਼ਾਹ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੀਆਂ ਅਸੀਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।